Hello everyone, welcome to Chemistry Real. ਅੱਜ ਬੇਟੇ ਆਪਾਂ ਕਲਾਸ 12 ਦਾ ਚੈਪਟਰ ਐਲਡੀਹਾਈਡਸ, ਕੀਟੋਨਸ ਐਂਡ ਕਾਰਬੋਕਸਿਲਿਕ ਐਸਿਡਸ ਉਹਨੂੰ ਫਾਰਮਲੀ ਸ਼ੁਰੂ ਕਰਨਾ ਹੈ। ਇਸ ਤੋਂ ਪਹਿਲਾਂ ਆਪਾਂ ਨੋਮਨਕਲੇਚਰ ਦੀ ਪ੍ਰੈਕਟਿਸ ਕਰ ਚੁੱਕੇ ਹਾਂ। ਅੱਜ ਆਪਾਂ ਜਿਹੜਾ ਮੇਨ ਟੌਪਿਕ ਕਰਨਾ ਹੈ that is methods of preparation of aldehydes and ketones। ਤੇ ਇਹਦੇ ਵਿੱਚ ਬੇਟੇ ਆਪਾਂ ਪਹਿਲਾਂ ਕੁਝ ਮੈਥਡ ਐਸੇ ਕਰਾਂਗੇ ਜਿਨ੍ਹਾਂ ਨਾਲ ਦੋਹੇ ਮਤਲਬ ਐਲਡੀਹਾਈਡ ਤੇ ਕੀਟੋਨ ਬਣਾਏ ਜਾ ਸਕਦੇ ਹਨ ਤੇ ਬਾਅਦ ਚੋਂ ਫਿਰ ਆਪਾਂ ਦੇਖਾਂਗੇ ਕੁਝ ਸਪੈਸੀਫਾਈਡ ਮੈਥਡਸ ਜਿਨ੍ਹਾਂ ਦੀ ਮਦਦ ਨਾਲ ਕੇਵਲ ਐਲਡੀਹਾਈਡਸ ਬਣਾਏ ਜਾਂਦੇ ਹਨ। then we will see some methods ਜਿਨ੍ਹਾਂ ਦੇ ਨਾਲ ਕੇਵਲ ਕੀਟੋਨਸ ਬਣਾਏ ਜਾਂਦੇ ਹਨ। ਸੋ ਬੇਟਾ ਤੁਸੀਂ ਮੈਨੂੰ ਨਾਲ ਦੀ ਨਾਲ ਰਿਸਪੌਂਸ ਕਰਨਾ ਹੈ ਜਦੋਂ ਮੈਂ ਜਿਹੜਾ ਮੈਥਡ ਸਿਖਾ ਰਹੀ ਹਾਂ ਉਹਦੇ ਅਕੋਰਡਿੰਗਲੀ ਕੋਈ ਵੀ ਕੁਐਸਚਨ ਪੁੱਛੂੰਗੀ ਤਾਂ ਤੁਸੀਂ ਉਹਦਾ ਰਿਸਪੌਂਸ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ। ਸੋ ਲੈਟਸ ਬਿਗਿਨ ਵਿਦ ਦ ਚੈਪਟਰ ਨਾਓ। ਐਲਡੀਹਾਈਡਸ ਐਂਡ ਕੀਟੋਨਸ ਜਿਹੜੇ ਹੈ ਉਹ ਆਪਾਂ ਕਾਦੇ ਤੋਂ ਬਣਾ ਸਕਦੇ ਹਾਂ। ਮੈਥਡਸ ਆਫ ਪ੍ਰੈਪਰੇਸ਼ਨ ਆਫ ਐਲਡੀਹਾਈਡਸ ਐਂਡ ਕੀਟੋਨਸ ਪਹਿਲਾਂ ਇਹ ਦੇਖ ਲਈਏ ਕਿ ਇੱਕ ਤਾਂ ਆਪਾਂ ਐਲਕੋਹਲਸ ਤੋਂ ਬਣਾ ਸਕਦੇ ਹਾਂ, ਦੈਨ ਆਪਾਂ ਕਾਰਬੋਕਸਿਲਿਕ ਐਸਿਡਸ ਤੋਂ ਬਣਾ ਸਕਦੇ ਹਾਂ, ਫਿਰ ਹਾਈਡਰੋਕਾਰਬਨਸ ਐਂਡ ਦੈਨ ਫਰੋਮ ਜੈਮ ਡਾਈਹੈਲਾਈਡ। ਇੱਕ ਵਾਰੀ ਦੁਬਾਰਾ ਯਾਦ ਕਰੀਏ ਕਿ ਆਪਾਂ ਨੂੰ ਇਹ ਪਤਾ ਹੋਵੇ ਕਿ ਆਪਾਂ ਐਲਡੀਹਾਈਡਸ ਤੇ ਕੀਟੋਨਸ ਕਿੰਦੇ ਤੋਂ ਬਣਾ ਸਕਦੇ ਹਾਂ। ਪਹਿਲਾਂ ਆਪਾਂ ਬਣਾ ਸਕਦੇ ਹਾਂ ਐਲਕੋਹਲਸ ਤੋਂ, ਫਿਰ ਆਪਾਂ ਕਾਰਬੋਕਸਿਲਿਕ ਐਸਿਡਸ ਤੋਂ ਵੀ ਬਣਾ ਸਕਦੇ ਹਾਂ, ਹਾਈਡਰੋਕਾਰਬਨਸ ਤੋਂ ਵੀ ਬਣਾ ਸਕਦੇ ਹਾਂ ਤੇ ਜੈਮ ਡਾਈਹੈਲਾਈਡਸ ਤੋਂ ਵੀ ਆਪਾਂ ਐਲਡੀਹਾਈਡਸ ਬਣਾ ਸਕਦੇ ਹਾਂ। ਸੋ ਐਲਡੀਹਾਈਡਸ ਬਣਾਉਣ ਦੇ ਲਈ ਆਪਾਂ ਜੇ ਕਹਿੰਦੇ ਹਾਂ ਕਿ ਅਸੀਂ ਐਲਕੋਹਲਸ ਤੋਂ ਬਣਾ ਸਕਦੇ ਹਾਂ ਤਾਂ ਐਲਕੋਹਲਸ ਤੋਂ ਵੀ ਦੋ ਤਰੀਕਿਆਂ ਨਾਲ ਬਣਾ ਸਕਦੇ ਹਾਂ। ਪਹਿਲਾ ਤਰੀਕਾ ਤਾਂ ਹੈ ਬਾਈ ਆਕਸੀਡੇਸ਼ਨ ਆਫ ਐਲਕੋਹਲਸ। ਆਕਸੀਡੇਸ਼ਨ ਐਲਕੋਹਲ ਦੀ ਕਰ ਦੋ ਤੇ ਆਪਣੇ ਕੋਲੇ ਐਲਡੀਹਾਈਡ ਤੇ ਕੀਟੋਨ ਬਣ ਜਾਣਗੇ। ਦੂਸਰਾ ਮੈਥਡ ਹੈ ਬਾਈ ਡੀਹਾਈਡਰੋਜੀਨੇਸ਼ਨ। ਸੋ ਆਪਾਂ ਹੁਣ ਸਭ ਤੋਂ ਪਹਿਲਾਂ ਦੇਖਦੇ ਹਾਂ ਆਕਸੀਡੇਸ਼ਨ ਮੈਥਡ। ਸੋ ਆਕਸੀਡੇਸ਼ਨ ਮੈਥਡ ਦੇ ਵਿੱਚ ਕੀ ਹੁੰਦਾ ਹੈ, ਯਾਦ ਰੱਖੋ ਕਿ ਜਦੋਂ ਵੀ ਆਪਾਂ ਪ੍ਰਾਇਮਰੀ ਐਲਕੋਹਲ ਲਵਾਂਗੇ ਤਾਂ ਆਕਸੀਡਾਈਜ਼ਿੰਗ ਏਜੰਟ ਦੀ ਮਦਦ ਦੇ ਨਾਲ ਆਪਣੇ ਕੋਲੇ ਐਲਡੀਹਾਈਡ ਬਣ ਜਾਏਗਾ ਤੇ ਜਦੋਂ ਆਪਾਂ ਸੈਕੰਡਰੀ ਐਲਕੋਹਲ ਲਵਾਂਗੇ ਨਾ ਤਾਂ ਉਦੋਂ ਉਹਦੀ ਆਕਸੀਡੇਸ਼ਨ ਤੇ ਆਪਣੇ ਕੋਲੇ ਬਣ ਜਾਏਗਾ ਕੀਟੋਨ। ਠੀਕ ਹੈ, ਸੋ ਇਸ ਚੀਜ਼ ਨੂੰ ਆਪਾਂ ਬੈਟਰ ਸਮਝਦੇ ਹਾਂ। ਜੇ ਸਪੋਜ਼ ਹੁਣ RCH2OH ਇਹ ਇੱਕ ਪ੍ਰਾਇਮਰੀ ਐਲਕੋਹਲ ਹੈ। ਪ੍ਰਾਇਮਰੀ ਐਲਕੋਹਲ ਮਤਲਬ OH ਗਰੁੱਪ ਐਸੀ ਕਾਰਬਨ ਤੇ ਅਟੈਚਡ ਹੈ ਜਿਹੜੀ ਫਰਦਰ ਕੇਵਲ ਇੱਕ ਕਾਰਬਨ ਨੂੰ ਹੀ ਅਟੈਚਡ ਹੈ। ਜੇ ਆਪਾਂ ਆਕਸੀਡਾਈਜ਼ਿੰਗ ਏਜੰਟ ਜਿਵੇਂ ਕਿ ਪੋਟਾਸ਼ੀਅਮ ਡਾਈਕ੍ਰੋਮੇਟ ਐਸਿਡੀਫਾਈਡ H2SO4 ਦੀ ਪ੍ਰੈਜ਼ੈਂਸ ਦੇ ਵਿੱਚ ਜਾਂ ਆਪਾਂ KMNO4 ਲੈ ਲੈਂਦੇ ਆ, ਇਹਨਾਂ ਦੋਨਾਂ ਚੋਂ ਕੋਈ ਵੀ ਆਕਸੀਡਾਈਜ਼ਿੰਗ ਏਜੰਟ ਹੈ ਨਾ ਤਾਂ ਪ੍ਰਾਇਮਰੀ ਐਲਕੋਹਲ ਤੋਂ ਆਪਣੇ ਕੋਲੇ RCHO ਜਿਹਨੂੰ ਆਪਾਂ ਸਿੰਪਲੀ RCHO ਐਲਡੀਹਾਈਡ ਲਿਖ ਸਕਦੇ ਹਾਂ। ਠੀਕ ਹੈ, ਤੇ ਜੇ ਇਹੀ ਆਪਾਂ R2CH ਲੈਂਦੇ ਆ like this R2CHOH ਤਾਂ ਇਹੀ ਇਹਨਾਂ ਦੋਨਾਂ ਚੋਂ ਕੋਈ ਵੀ ਆਕਸੀਡਾਈਜ਼ਿੰਗ ਏਜੰਟ ਇਸਤੇਮਾਲ ਕਰ ਲਓ, अपने कोले आ जाएगा RC+OR। दिस इज कीटोन। प्राइमरी अल्कोहल तो अपने कोले एल्डिहाइड, सेकेंडरी अल्कोहल तो कीटोन। ध्यान तुसी देना है इस कार्बन ते, इस कार्बन ते जिंदे ते OH लग्या होया है। इनदे कोले प्राइमरी अल्कोहल च 2 हाइड्रोजन्स है ते सेकेंडरी च 1। दिस हाइड्रोजन इज टू बी लॉस्ट एक्चुअली। ठीक है, सो इस हाइड्रोजन एक हाइड्रोजन का लॉस होता है तो एक इत्थे बच गई तो दिस इज एल्डिहाइड एंड हियर नो हाइड्रोजन इज लेफ्ट आउट, एज अ रिजल्ट दिस इज कीटोन। सो इनकी एग्जाम्पल भी नाल करिए हम पर्टिकुलरली आपां। सो जे तुहानूं कहा जाता है सपोज इथेनॉल तो इथेनॉल बनाओ। सो इथेनॉल मीन C2H5, इनदे तो आपां बनाना है CH3CHO। This is what? This is ethanol, aldehyde है, and this is ethanol। ਤਾਂ ਆਪਾਂ ਸਿੰਪਲ ਆਕਸੀਡੇਸ਼ਨ ਮੈਥਡ, ਆਕਸੀਡੇਸ਼ਨ ਕਾਦੇ ਨਾਲ ਹੋ ਸਕਦੀ ਹੈ, ਜਾਂ ਤਾਂ KMNO4 ਇਸਤੇਮਾਲ ਕਰ ਲਓ ਜਾਂ ਇੱਥੇ ਆਪਾਂ ਐਸਿਡੀਫਾਈਡ ਪੋਟਾਸ਼ੀਅਮ ਡਾਈਕ੍ਰੋਮੇਟ ਇਸਤੇਮਾਲ ਕਰ ਸਕਦੇ ਹਾਂ K2Cr2O7। ਜੇ ਇਹੀ ਚੀਜ਼ ਆਪਾਂ ਸਪੋਜ਼ ਹੁਣ ਸੈਕੰਡਰੀ ਐਲਕੋਹਲ ਲੈਣੇ ਆ, ਇੱਥੇ ਆਈਸੋਪ੍ਰੋਪਾਈਲ ਐਲਕੋਹਲ ਲੈ ਲੈਂਦੇ ਆ
सो आइसोप्रोपाइल अल्कोहल तो अपने कोले बन जाएगा ऑक्सीडेशन के बाद CH3 दिस इज एसीटोन या इनू आपां प्रोपानोन भी कहते हैं। सो आपां एल्डिहाइड एंड कीटोन इनकी प्रेपरेशन करते हैं। एल्डिहाइड दी कीती आपां प्राइमरी अल्कोहल तो और सैकेंडरी अल्कोहल तो आपां कीटोन दी प्रेपरेशन कीती। हुण जदों आपां अल्कोहल तो एल्डिहाइड या कीटोन बनाने हैं ਤਾਂ ਇਹ ਜਿਹੜੀ ਆਕਸੀਡੇਸ਼ਨ ਹੈ ਇੱਥੇ ਹੀ ਰੁਕ ਨਹੀਂ ਜਾਂਦੀ। ਇਹ ਆਕਸੀਡੇਸ਼ਨ ਹੈ ਨਾ ਫਰਦਰ ਕੈਰੀ ਆਊਟ ਹੋ ਜਾਂਦੀ ਹੈ ਅਪ ਟੂ ਕਾਰਬੋਕਸਿਲਿਕ ਐਸਿਡ, ਕਿਉਂਕਿ ਜਿਹੜੇ ਆਪਾਂ ਆਕਸੀਡਾਈਜ਼ਿੰਗ ਏਜੰਟ ਇਸਤੇਮਾਲ ਕਰ ਰਹੇ ਹਾਂ ਨਾ ਉਹਨਾਂ ਨੇ ਉਹ ਇੰਨੇ ਕੁ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਹੁੰਦੇ ਆ ਕਿ ਐਲਡੀਹਾਈਡ ਜਿਹੜਾ ਬਣੇਗਾ ਉਹਨੂੰ ਫਰਦਰ ਆਕਸੀਡਾਈਜ਼ ਕਰ ਦੇਣਗੇ, ਕਾਰਬੋਕਸਿਲਿਕ ਐਸਿਡ ਆਪਣੇ ਕੋਲ ਆਬਟੇਨ ਹੋਏਗਾ। ਇਫ ਵੀ ਵਾਂਟ ਕਿ ਸਾਡੀ ਰਿਐਕਸ਼ਨ ਇੱਥੇ ਹੀ ਰੁਕ ਜਾਏ ਤਾਂ ਅਸੀਂ ਕੁਝ ਸਪੈਸੀਫਿਕ ਆਕਸੀਡਾਈਜ਼ਿੰਗ ਏਜੰਟਸ ਦਾ ਇਸਤੇਮਾਲ ਕਰਦੇ ਹਾਂ। ਉਹ ਸਪੈਸੀਫਿਕ ਆਕਸੀਡਾਈਜ਼ਿੰਗ ਏਜੰਟ ਕਿਹੜੇ ਹੈ? ਜਿਹੜੇ ਰਿਐਕਸ਼ਨ ਨੂੰ ਐਲਡੀਹਾਈਡ ਜਾਂ ਕੀਟੋਨ ਸਟੇਜ ਤੇ ਹੀ ਰੋਕ ਦੇਣਗੇ। ਇਹਦੇ ਵਿੱਚ ਪਹਿਲਾ ਜਿਹੜਾ ਸਪੈਸੀਫਿਕ ਆਕਸੀਡਾਈਜ਼ਿੰਗ ਏਜੰਟ ਹੈ ਉਹਨੂੰ ਅਸੀਂ PCC ਦੇ ਨਾਮ ਨਾਲ ਡਿਨੋਟ ਕਰਦੇ ਹਾਂ। ਇਹਦਾ ਮਤਲਬ ਹੁੰਦਾ ਹੈ ਪਿਰੀਡੀਨੀਅਮ ਕਲੋਰੋਕ੍ਰੋਮੇਟ। ਸੋ ਜਿਹੜਾ ਪਹਿਲਾ ਸਪੈਸੀਫਿਕ ਆਕਸੀਡਾਈਜ਼ਿੰਗ ਏਜੰਟ ਜਿਹੜਾ ਅਲਕੋਹਲ ਤੋਂ ਐਲਡੀਹਾਈਡਿਕ ਸਟੇਜ ਤੇ ਰਿਐਕਸ਼ਨ ਰੋਕ ਦੇਗਾ ਉਹਦਾ ਨਾਮ ਹੈ PCC ਪਿਰੀਡੀਨੀਅਮ ਕਲੋਰੋਕ੍ਰੋਮੇਟ। ਸੋ ਇਸ ਦੇ ਬਾਅਦ ਆਪਾਂ ਜਿਹੜਾ ਦੂਸਰਾ ਰੀਏਜੈਂਟ ਕਰਦੇ ਹਾਂ that is ਜੋਨਸ ਰੀਏਜੈਂਟ। ਜੋਨਸ ਰੀਏਜੈਂਟ ਜਿਹੜਾ ਹੈ ਉਹਨੂੰ ਜੋਨਸ ਆਕਸੀਡੇਸ਼ਨ ਵੀ ਕਹਿੰਦੇ ਆ। ਐਕਚੁਅਲੀ ਦਿਸ ਇਜ਼ क्रोमियम ऑक्साइड इन एसीटोन। ठीक, सो ये दो जेडे है स्पेसिफिक ऑक्सीडाइजिंग एजेंट है जेडे रिएक्शन नू एल्डिहाइड या कीटोन स्टेज ते ही रोक देंगे। इस तो इलावा DMSO दी फुल फॉर्म हुंदी है डाई मिथाइल सल्फो ऑक्साइड। सो हुण चैट दे विच बेटा तुसी इन्हां तिन्नां दे ही नाम एक बारी टाइप करो कि स्पेसिफिक ऑक्सीडाइजिंग एजेंट केड़े है जेड़े कि रिएक्शन नू एल्डिहाइड कीटोन स्टेज ते ही रोक देंगे ते फर्दर कार्बोक्सिलिक एसिड नहीं बनन देंगे। फटाफट लिखो बेटा स्पेसिफिक ऑक्सीडाइजिंग एजेंट। देन अल्कोहल्स तो सेकंड वे जिंदे विच आपां एल्डिहाइड ते कीटोन बना सकते हैं दैट इज कैटालिटिक डीहाइड्रोजिनेशन। कैटालिटिक डीहाइड्रोजिनेशन का मतलब हुंदा है कि सपोज आपां हुण कोई इत्थे प्राइमरी अल्कोहल लिता एक, ठीक है। सो OH ग्रुप जेड़ी कार्बन ते लगे है उस कार्बन दे उत्ते जेड़ी हाइड्रोजन है वो है अल्फा हाइड्रोजन। सो जिहड़ी अल्फा हाइड्रोजन है ना उन्हें एक्चुअली अल्कोहल दी हाइड्रोजन दे नाल रिमूव हो जाना है, तो पीछे की चीज बच जाएगी। इज इट क्लियर? एंड दिस इज एल्डिहाइड। नाउ इफ वी आर टेकिंग सेकेंडरी अल्कोहल like this, we are taking secondary alcohol. So जिहड़ी अल्फा हाइड्रोजन है मतलब OH ग्रुप जिस कार्बन नाल अटैच्ड है उस कार्बन दे उत्ते जिहड़ी हाइड्रोजन है और OH ग्रुप दी जिहड़ी हाइड्रोजन है इन्हां दोनां ने रिमूव होना है, इन्हां ने बाहर निकलना है ते अपने कोले की प्रोडक्ट बन जाएगा एंड दिस इज व्हाट? दिस इज कीटोन। और ये जिहड़ी डीहाइड्रोजिनेशन हाइड्रोजन दा रिमूवल है ये किंदी प्रेजेंस च होएगा? इट विल बी व्हेन कॉपर ट्यूब इज टेकन एट 573 केल्विन और अल्कोहल नू इंदे विचों दी पास किया जाता है वेपर्स ऑफ अल्कोहल। ठीक है, हुण कैन यू थिंक कि टर्शरी अल्कोहल तो अपने को ले कोई एल्डिहाइड या कीटोन आएगा? नो, टर्शरी अल्कोहल तो अपने को ले नहीं ऑब्टेन होता। सो कैन यू थिंक ऑफ व्हाई? राइट डाउन द रीजन, एक लाइन च लिखो बेटा
कि टर्शरी अल्कोहल तो कैटालिटिक डीहाइड्रोजनेशन दी मदद दे नाल एल्डिहाइड या कीटोन नहीं ऑब्टेन हुंदा। क्यों? बिकॉज ऑफ एब्सेंस ऑफ अल्फा हाइड्रोजन। पुत्र जी, जे अपने को ले OH ग्रुप या कोई भी फंक्शनल ग्रुप जिस कार्बन नाल अटैच्ड हुंदा ना, उस कार्बन नु आपां अल्फा कार्बन कहने हैं, उस तो अगली कार्बन नु आपां बीटा कार्बन कहने हैं, उस तो अगली कार्बन नु आपां गामा कार्बन कहने हैं। सो अल्फा हाइड्रोजन केड़ी होएगी? जेड़ी अल्फा कार्बन दे नाल अटैच्ड है। सो टर्शरी अल्कोहल दे विच OH ग्रुप ऐसी कार्बन नाल अटैच्ड हुंदा है जिहड़ी फर्दर 3 कार्बन्स नाल अटैच्ड है। सो इत्थे कोई अल्फा हाइड्रोजन ही नहीं होएगी। बिकॉज ऑफ एब्सेंस ऑफ अल्फा हाइड्रोजन टर्शरी अल्कोहल्स उन्हां तो आपां डीहाइड्रोजनेशन करके एल्डिहाइड या कीटोन ऑब्टेन नहीं कर सकते। सो आई थिंक दिस इज क्लियर टू ऑल ऑफ यू कि प्राइमरी अल्कोहल या सेकेंडरी अल्कोहल तो ऑक्सीडाइजिंग एजेंट की मदद नाल आपां एल्डिहाइड ते कीटोन बना सकते हैं। एंड सेकेंडली डीहाइड्रोजनेशन जिहड़ी है, कैटालिटिक डीहाइड्रोजनेशन जिन्हों कहते हैं, उसकी मदद के नाल प्राइमरी अल्कोहल तो एल्डिहाइड और सेकेंडरी अल्कोहल तो आपां नूं कीटोन्स जिहड़े हैं वो मिलते हैं। तो कार्बोक्सिलिक एसिड तो भी आपां 2 तरीके दे नाल एल्डिहाइड कीटोन्स जिहड़े है वो बना सकते हैं। पहली चीज है बाय कैटालिटिक डीकंपोजिशन ऑफ एसिड। डीकंपोज होने का मतलब है कि कार्बोक्सिलिक एसिड जिहड़ा है वो छोटे छोटे मॉलिक्यूल्स दे विच डीकंपोज हो जाता है। दूसरा मैथड है जे आपां कार्बोक्सिलिक एसिड्स दी डिस्टिलेशन कर दिंदे हैं। ठीक, सो आपां पहले मैथड नूं देखिए जरा की मतलब है इहदा कैटालिटिक डीकंपोजिशन दा। सपोज बेटे आपां कोई एसिड लिता HCOOH। ठीक, दिस इज मिथेनोइक एसिड। 2 मिथेनोइक एसिड दे मॉलिक्यूल जे इन्हां नूं आपां मैंगनस ऑक्साइड MnO एट 573 केल्विन जे आपां इन्हां दी प्रेजेंस दे विच हीट अप करदे हैं ना मिथेनोइक एसिड नूं, तां अपने कोले एक मिथेनोइक एसिड दे विचों दी कंप्लीट COOH निकल जाना है ते दूसरे दे विचों दी ओनली OH। सो इत्थे अपने को डीकंपोज होके एक तो CO2 निकल गया, CO2 मॉलिक्यूल, और इत्थों दी H बचा ते OH वाटर निकल गया। पिछे की बचा? सो पिछे अपने को बचा HCHO। दिस इज फॉर्मेल्डिहाइड। दिस इज फॉर्मेल्डिहाइड। चलो एक एग्जाम्पल होर लैने हैं तो थोड़ा जा होर क्लियर हो जाएगा। सपोज इत्थे आपां इथेनोइक एसिड लिता CH3COOH ते नाल आपां ले लिया मिथेनोइक एसिड। मिथेनोइक एसिड नूं मैं HCOOH इस तरीके नाल लिख देनी है। ठीक है, हुण इस एसिड दे विचों CO2 निकल जाएगी ते इधरों दी OH ग्रुप ले लिया। सो की निकल गया? एक तो कार्बन डाइऑक्साइड निकल गई, एक वाटर निकल गया। Here carbon dioxide is lost ते आ HOH water is lost। पिछे की बचा? पिछे CH3CHO and this is acetaldehyde। इत्थे याद ये रखना है कि जदों भी असी एल्डिहाइड लेना है ना, जिहड़े 2 कंबाइनिंग एसिड मॉलिक्यूल्स हैं, इन्हां दे विचों कोई एक फॉर्मिक एसिड होना कंपल्सरी है, ताही अपने को एल्डिहाइड बनेगा। ठीक है, ते इंदे तो कीटोन किवें बनदा है वो भी आपां देख लैने हैं। कीटोन जदों बनाने हैं ना आपां, ते अपने को जिहड़े दोनों एसिड्स हैं उन्हां चों कोई भी मिथेनोइक एसिड नहीं होना चाहिए। सपोज हुण आपां दिस इज इथेनोइक एसिड एंड अदर वन इज प्रोपेनोइक एसिड। प्रोपेनोइक एसिड दा फॉर्मूला C2H5COOH। तो तुहानूं सिखाया है कि एक मॉलिक्यूल दे विचों दी COH ते एक दे विचों दी केवल OH। सो इत्थों दी CO2 भी निकल गई एंड वाटर निकल गया। बाकी चीज नू कंबाइन कर दो। सो बाकी चीज कंबाइन करके की बनेगी?
CH3 C डबल बॉन्ड O C2H5। सो इन जनरल जे आपां गल करिए ना बेटा कि RCOOH प्लस अनदर RCOOH, ठीक। सो एक हिस्से दे विचों COOH ते एक दे विचों OH, ਇਹ ਐਜ਼ ਕਾਰਬਨ ਡਾਈਆਕਸਾਈਡ ਐਂਡ ਵਾਟਰ ਇਹ ਰਿਮੂਵ ਹੋ ਜਾਂਦੇ ਆ ਤੇ ਆ ਚੀਜ਼ ਜਿਹੜੀ ਹੈ ਪਿੱਛੇ ਉਹ ਕੀਟੋਨ ਬਣ ਜੇਗੀ। ਪਰ ਜੇ ਇੱਥੇ H ਲੱਗਿਆ ਹੋਇਆ ਹੈ then it will be CHO, ਐਲਡੀਹਾਈਡ ਹੋਏਗਾ ਨਾ। ਸੋ ਇਹ ਸਮਝ ਲਓ ਕਿ ਜੇ ਆਪਾਂ ਨੂੰ ਐਲਡੀਹਾਈਡ ਚਾਹੀਦਾ ਹੈ ਤਾਂ ਇਹਨਾਂ ਦੋਨਾਂ ਐਸਿਡਸ ਦੇ ਵਿੱਚੋਂ ਕੋਈ ਇੱਕ ਐਸਿਡ ਫਾਰਮਿਕ ਐਸਿਡ ਹੋਣਾ ਜ਼ਰੂਰੀ ਹੈ। ਤੇ ਜੇ ਫਾਰਮਿਕ ਐਸਿਡ ਤੋਂ ਬਿਨਾ कोई दो एसिड्स हैं तो अपने को उन्हां दे नाल कीटोन बनना, ठीक है। जे RCOOH प्लस RCOOH है तो अपने को कीटोन बनना है कदों, जदों इन्हां दी कैटालिटिक डीकंपोजिशन होनी है। मैंगनस एसिड्स दे वेपर नूं जे मैंगनस ऑक्साइड दे उत्तों दी हीट अप कीता जावे। नैक्सट आ जांदा है अपने को सैकेंड मैथड जिंदे च असीं कैल्शियम सॉल्ट ऑफ एसिड नू डिस्टिल करते हैं। कार्बोक्सिलिक एसिड दे कैल्शियम सॉल्ट नू आपां जदों डिस्टिल करते हैं तो कई बारी स्टूडेंट्स नू कैल्शियम सॉल्ट दा मतलब बनाना नहीं आंदा हुंदा। देखो बेटा जिवें अपने कोले कोई भी कार्बोक्सिलिक एसिड है RCOOH, जे इहदे चों H पॉजिटिव निकल गया बाहर तां पिछे की बच गया RCOO नेगेटिव and this is carboxylate ion, ठीक है। सो carboxylate ion ਜਿਹੜਾ ਹੈ ਉਹ ਕੈਲਸ਼ੀਅਮ 2 ਪੋਜ਼ਿਟਿਵ ਦੇ ਨਾਲ ਜਦੋਂ ਸਾਲਟ ਬਣਾਏਗਾ ਤਾਂ ਆਪਾਂ ਵੈਲੈਂਸੀਜ਼ ਐਕਸਚੇਂਜ ਕਰ ਦਿੰਨੇ ਹੁੰਨੇ ਆ ਨਾ। ਸੋ ਕੀ ਬਣ ਜਾਏਗਾ ਆਪਣੇ ਕੋਲੇ ਲਾਈਕ ਦਿਸ ਬਣ ਜਾਏਗਾ ਵੈਲੈਂਸੀ ਐਕਸਚੇਂਜ ਹੋ ਕੇ। ਸੋ ਜੇ ਹੁਣ ਮੈਂ ਇੱਥੇ ਫਾਰਮੇਟ ਆਇਨ ਔਰ ਐਸੀਟੇਟ ਆਇਨ ਲਿਖੇ ਹੈ ਤਾਂ ਪਲੀਜ਼ ਚੈਟ ਬਾਕਸ ਦੇ ਵਿੱਚ ਮੈਨੂੰ ਤੁਸੀਂ ਦੱਸ ਸਕਦੇ ਹੋ कि कैल्शियम फॉर्मेट का फॉर्मूला की बनेगा, ठीक। आई एम वेटिंग। सो कैल्शियम फॉर्मेट का फॉर्मूला जो इत्थे आपां जे वैलेंसीज एक्सचेंज करते हैं ना तो इट विल बी CaHCOO नेगेटिव। इत्थे बेटा नेगेटिव नहीं पाना, आपां कुछ भी नहीं पाना इत्थे, इनफैक्ट 2 ट्वाइस आ जाएगा। Ca2 पॉजिटिव इधर चला गया, कहना 1 इधर आ गया। कैल्शियम एसीटेट का फॉर्मूला लिखो बेटा, लाइव चैट दे विच लिख दो यस लाइक दिस। सो आई थिंक सारिਆਂ ने ठीक ही ड्रॉ किया होना है। सो ਜਦੋਂ ਆਪਾਂ ਕੈਲਸ਼ੀਅਮ ਸਾਲਟ ਦੀ ਡਿਸਟਿਲੇਸ਼ਨ ਕਰਦੇ ਹਾਂ, ਜਿਸ ਤਰ੍ਹਾਂ ਹੁਣ ਇਹ ਕਿਹੜਾ ਲਿੱਤਾ ਆਪਾਂ ਕੈਲਸ਼ੀਅਮ ਫਾਰਮੇਟ, ਇਹਦੇ ਵਿੱਚੋਂ ਆਪਾਂ CaCO3 ਜੇ ਇਹਨੂੰ ਆਪਾਂ ਬਾਹਰ ਕੱਢ ਦਿੰਨੇ ਆ CaCO3 इज रिमूव्ड आउट ਤਾਂ पीछे की बच जाएगा HCHO, दिस इज फॉर्मल्डिहाइड। ओके नाउ जिहड़ा मैं नीचे स्ट्रक्चर ड्रॉ किया है कैल्शियम एसीटेट दे 2 मॉलिक्यूल ले ले। हुण कैल्शियम एसीटेट दे विचों दी आ एक CaCO2 बनदा पिया ना, एक ओ होर चाहिदा। सो आ जिहड़ा है CaCO3 बन गया। सो ਆਪਾਂ इस तरीके नाल कह सकते हैं कि ਅਸੀਂ ਇੱਥੇ 2 कैल्शियम कार्बोनेट ਦੇ ਜਿਹੜੇ मॉलिक्यूल्स हैं ਉਹ ਕੱਢ ਦਿੱਤੇ ਬਾਹਰ, ठीक। ਪਿੱਛੇ ਕੀ ਬਚਿਆ CH3CHO। सो 2 मॉलिक्यूल्स, एक आ वाला ਤੇ ਇੱਕ ਉੱਪਰ वाला, 2 एसिटल्डिहाइड मॉलिक्यूल्स अपने कोले बन गए। मेन लॉजिक याद रखना है कि कैल्शियम कार्बोनेट ਆਪਾਂ ਇਹਦੇ ਚੋਂ रिमूव करना है ਜਦੋਂ ਆਪਾਂ डिस्टिलेशन ऑफ कैल्शियम सॉल्ट ऑफ कार्बोक्सिलिक एसिड करांगे। ਤੁਸੀਂ ਜ਼ਰਾ ਚੈਟ ਬਾਕਸ ਦੇ ਵਿੱਚ ਬੇਟਾ ਹੁਣ ਮੈਨੂੰ ਇਸ ਦਾ ਪ੍ਰੋਡਕਟ, this is what, this is calcium acetate, ठीक। कैल्शियम एसीटेट ਦਾ ਤੁਸੀਂ ਮੈਨੂੰ ਪ੍ਰੋਡਕਟ ਬਣਾ ਕੇ ਦੱਸੋ। ਪਿੱਛੇ ਆਪਾਂ ਕੀ ਬਣਾਇਆ ਬੇਟਾ, what was it, this was calcium formate and calcium acetate। now it is what, this is कैल्शियम एसीटेट। कैल्शियम एसीटेट ਦੇ ਤੁਸੀਂ 2 ਮੋਲੀਕਿਊਲ ਲੈ ਲਓ ਤੇ ਪ੍ਰੋਡਕਟ ਬਣਾ ਕੇ ਦੱਸੋ ਕੀ ਬਣੇਗਾ। ਯੈਸ एनीवन। देखो CaCO3 लाइक दिस, पीछे की बच गया अपने को CH3
C double bond O, CH3. What is this? This is propanone. So ਜਦੋਂ ਆਪਾਂ ਕੈਲਸ਼ੀਅਮ ਸਾਲਟ ਲੈਣਾ ਹੈ, ਕੈਲਸ਼ੀਅਮ ਸਾਲਟ ਦੀ ਡਿਸਟਿਲੇਸ਼ਨ ਕਰਨੀ ਹੈ, ਤਾਂ ਇੱਥੇ ਆਪਣੇ ਕੋਲੇ ਐਲਡੀਹਾਈਡ ਐਂਡ ਕੀਟੋਨ ਇਹ ਜਿਹੜੇ ਬਣ ਜਾਂਦੇ ਆ। ਬਟ ਇੱਥੇ ਦਿੱਕਤ ਕੀ ਆਉਂਦੀ ਹੈ ਬੇਟਾ ਕਿ ਅਕਸਰ ਆਪਣੇ ਕੋਲੇ ਨਾ ਜਿਵੇਂ ਮੈਂ ਤੁਹਾਨੂੰ ਇਸ ਕੇਸ ਦੇ ਵਿੱਚ ਦੱਸਿਆ ਵੀ ਇੱਕ ਮੋਲੀਕਿਊਲ ਕੈਲਸ਼ੀਅਮ ਐਸੀਟੇਟ ਦਾ ਲੈ ਲਓ ਤੇ ਇੱਕ ਮੋਲੀਕਿਊਲ ਕੈਲਸ਼ੀਅਮ ਫਾਰਮੇਟ ਦਾ। ਇੱਥੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਕੈਲਸ਼ੀਅਮ ਫਾਰਮੇਟ ਲੈ ਲਓ, ਅਗਲੇ ਦੇ ਵਿੱਚ ਮੈਂ ਤੁਹਾਨੂੰ ਦੱਸ ਰਹੀ ਹਾਂ ਕੈਲਸ਼ੀਅਮ ਐਸੀਟੇਟ ਲੈ ਲਓ। ਮਤਲਬ ਜਦੋਂ ਹੁਣ ਮੈਂ ਕੈਲਸ਼ੀਅਮ ਐਸੀਟੇਟ ਲਿੱਤਾ ਤੇ ਕੈਲਸ਼ੀਅਮ ਫਾਰਮੇਟ ਲਿੱਤਾ ਤਾਂ ਮੇਰੇ ਕੋਲੇ ਇਹਦੇ ਵੀ ਤਾਂ ਦੋ ਪ੍ਰੋਡਕਟ ਤੇ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਇੱਕ ਪ੍ਰੋਡਕਟ ਤੇ ਇਹਦਾ ਇੱਕ, ਤਿੰਨ ਚੀਜ਼ਾਂ ਮੇਰੇ ਕੋਲ ਇੱਥੇ ਬਣ ਜਾਣਗੀਆਂ, है ना। So we obtain actually mixture of these aldehydes and ketones. That's why ये method थोड़ा जा घट popular method है। Now ਅਸੀਂ aldehyde बनाने हैं from hydrocarbons। So ਜਦੋਂ hydrocarbons ਦੀ ਗੱਲ ਕਰਦੇ हैं ना ਤਾਂ ਪਹਿਲਾਂ ਆਪਾਂ alkynes ਤੋਂ ਕਿਵੇਂ बनाने हैं ਉਹ ਦੇਖਦੇ हैं, ਫਿਰ ਆਪਾਂ alkenes ਤੋਂ aldehyde ketone ਕਿਵੇਂ ਬਣਦੇ हैं ਉਹ ਦੇਖਦੇ हैं। ਸੋ ਜਦੋਂ ਆਪਾਂ ਐਲਕਾਈਨ ਲੈਣੇ ਆ ਮਤਲਬ ਕਾਰਬਨ ਔਰ ਕਾਰਬਨ ਦੇ ਵਿਚਕਾਰ ਟ੍ਰਿਪਲ ਬੌਂਡ, ਜੇ ਇਹਦੀ ਹਾਈਡਰੇਸ਼ਨ ਕੀਤੀ ਜਾਵੇ ਮਤਲਬ ਇਹਦੇ ਵਿੱਚ ਵਾਟਰ ਐਡ ਕੀਤਾ ਜਾਵੇ ਇਨ ਪ੍ਰੈਜ਼ੈਂਸ ਆਫ ਡਿਲੂਟ H2SO4 ਐਂਡ HgSO4 ਐਜ਼ ਕੈਟਲਿਸਟ, ਤਾਂ ਆਪਣੇ ਕੋਲੇ ਸਿੰਪਲ ਐਡੀਸ਼ਨ ਰਿਐਕਸ਼ਨ ਹੋਏਗੀ। ਸੋ ਜਦੋਂ ਐਡੀਸ਼ਨ ਰਿਐਕਸ਼ਨ ਹੁੰਦੀ ਹੈ ट्रिपल बॉन्ड तो डबल बॉन्ड बन जाएगा, एक पॉइंट ते एक कार्बन ते H और दूसरे ते OH अटैच हो जाएगा और इनू असी की कहांगे विनाइल अल्कोहल। ठीक है, सो विनाइल अल्कोहल दे विच अनस्टेबिलिटी हुंदी है या असी कह दिन्ने इनू टॉटोमेरिज्म, इट टॉटोमेराइजेस। टॉटोमेराइजेस दा मतलब की हुंदा है कि डबल बॉन्ड दे उत्ते OH ग्रुप जिहड़ा है ना, डबल बॉन्ड वाली कार्बन दे उत्ते OH ग्रुप कंपैरेटिवली अनस्टेबल हुंदा है। सो इत्थों दी जिहड़ी हाइड्रोजन है, नोट प्लीज नोट, आई एम रिपीटिंग माय वर्ड्स, कि जिहड़ी OH वाली हाइड्रोजन है वो जाके रीअरेंज होके कार्बन दे कोले अटैच हो जाएगी। ये हाइड्रोजन जिहड़ी है कार्बन, अनदर कार्बन, जिस कार्बन उत्ते OH लगे ना उस दे उत्ते जाके नहीं इन्हें अटैच होना। सो की बन जाएगा इत्थे कार्बन दे नाल हुण 3 हाइड्रोजन्स हो गईयां, ए वाली कार्बन दे नाल इत्थे सिंगल बॉन्ड होएगा, आ वाली हाइड्रोजन इस कार्बन दे नाल उसी तरह अटैच्ड है, इत्थे डबल बॉन्ड, एंड दिस इज व्हाट CH3CHO and CH3CHO is, yes, it is aldehyde। सो एक बारी फिर आप देखिए कि आप इत्थे की कीता है, नाल दी नाल बेटा तुसी लिखना है इनू, आपां एल्काइन लिती, चैट बॉक्स दे विच लिखो बेटा जी, एल्काइन प्लस वाटर गिव्स राइज टू एल्डिहाइड, एसिटल्डिहाइड बनेगा। सो इनदे विच पहला सिंपल एडिशन रिएक्शन होएगी, एक थां ते H एक थां ते OH, इनदा नाम है विनाइल अल्कोहल। ते इंदी अगों दी टॉटोमेराइजेशन, मतलब इंदी एक किस्म दा आइसोमेरिज्म कहने हैं इनू आपां, कि टॉटोमेराइजेशन हो जाती है, तां की बन जाएगा CH3 और C डबल बॉन्ड OH, दिस इज एल्डिहाइड, एसिटल्डिहाइड। फाइन, नेक्स्ट आ जाती है जिहड़ी आपां हुण रिएक्शन करनी है, दैट इज we are to prepare aldehydes and ketones from alkenes। alkene तो ਆਪਾਂ ओजोनोलिसिस दी मदद दे नाल, इस रिएक्शन ਨੂੰ एक्चुअली ओजोनोलिसिस कहते हैं, ਆਪਾਂ alkene ਦੇ ਵਿੱਚ ਕੋਈ ਵੀ alkene ਲਿੱਤੀ ਹੈ C डबल बॉन्ड C, ਉਹਦੇ ਚ ओजोन मॉलिक्यूल ਜਦੋਂ ਐਡ ਕਰਦੇ ਆ ਨਾ ਤਾਂ ਇੱਕ ओजोनॉइड स्ट्रक्चर ਜਿਹੜਾ ਹੈ ਉਹ ਬਣ ਜਾਂਦਾ ਹੈ। ओजोनॉइड ਕੀ ਹੈ, ਧਿਆਨ ਨਾਲ ਦੇਖੋ, ਜਿਹੜੇ ਆਹ ਵਾਲੇ ਦੋ डबल बॉन्ड बने हुए हैं ना इत्थे, इन्हां ने खत्म हो जाना जस्ट लाइक दिस। तां जिहड़े ओजोन दे 3 एटम है वो इत्थे कार्बन्स दे अक्रॉस ऐड हो गए,
इस स्ट्रक्चर ਨੂੰ ਕਿਹਾ ਜਾਂਦਾ ਹੈ ਓਜ਼ੋਨੋਇਡ। ਸੋ ਜਿਹੜਾ ਓਜ਼ੋਨੋਇਡ ਹੈ ਇਹਦੀ ਵਾਈ ਸ਼ੇਪ ਜ਼ਿਪ ਸ਼ੇਪ ਦੇ ਵਿੱਚ ਨਾ ਕਲੀਵੇਜ ਹੋ ਜਾਣੀ ਹੈ। ਲੈਟ ਮੀ ਯੂਜ਼ ਅਨਦਰ ਕਲਰ। ਇੱਥੋਂ ਦੀ ਇਹਨੇ ਕਲੀਵ ਹੋ ਜਾਣਾ ਹੈ। ਸੋ ਆਪਣੇ ਕੋਲੇ ਆ ਪ੍ਰੋਡक्ट बन जाएगा। देखिए जरा, लाइक दिस एंड आ वाला बन जाएगा। हुण जे तां इत्थे आर ग्रुप्स लगे हुए हैं जस्ट लाइक दिस, तां दिस इज व्हाट कीटोन। और जे एक पासे इदां ते एक पासे एच लग्या होया है then this is एल्डिहाइड। सो ओजोनोलिसिस काफी कामयाब टेक्निक है एल्कीन तो एल्डिहाइड ते कीटोन जिहड़े है बनाने दे वास्ते। ओके, हुण प्लीज तुसी सारे इत्थे मैनू, मैं तुहानू इथीन दे दस्सिआ ना। सो हुण तुसी लाइव चैट दे विच बेटा सब ने ब्यूट-2-ईन दे ओजोनोलिसिस तो किहड़े प्रोडक्ट बनणगे ਉਹ ਮੈਨੂੰ ਤੁਸੀਂ ਲਾਈਵ ਚੈਟ 'ਚ ਲਿਖ ਕੇ ਦਿਖਾਓ। ਜਦੋਂ ਓਜ਼ੋਨੋਇਡ ਦੀ ਆਪਾਂ ਕਲੀਵੇਜ ਕਰਦੇ ਆ ਨਾ ਤਾਂ ਉਹ ਜ਼ਿੰਕ ਡਸਟ ਔਰ ਵਾਟਰ ਦੀ ਪ੍ਰੈਜ਼ੈਂਸ 'ਚ ਹੁੰਦੀ ਹੈ, ਇਹ ਯਾਦ ਰੱਖਣਾ ਹੈ। ਬਿਊਟ-2-ਈਨ ਦਾ ਸਟਰਕਚਰ ਕੀ ਹੋਏਗਾ? ਬਿਊਟ-2-ਈਨ ਦੇ ਵਿੱਚ 4 ਕਾਰਬਨਸ ਹੋਣਗੀਆਂ, ਦੂਜੀ ਕਾਰਬਨ ਤੇ ਡਬਲ ਬੌਂਡ ਹੈ। ਇਹਨੂੰ ਜੇ ਆਪਾਂ ਇਹਦੇ ਹਾਈਡਰੋਜਨਸ ਇਸ ਤਰ੍ਹਾਂ ਲਿਖ ਦਈਏ ਤਾਂ ਸ਼ਾਇਦ ਤੁਹਾਨੂੰ ਓਜ਼ੋਨੋਇਡ ਡਰਾ ਕਰਨਾ ਆਸਾਨ ਹੋ ਜੇ। ਇੱਥੇ ਡਬਲ ਬੌਂਡ ਦੀ ਥਾਂ ਤੇ ਓਜ਼ੋਨੋਇਡ ਬਣ ਜਾਏਗਾ। ਤੇ ਜਦੋਂ ਓਜ਼ੋਨੋਇਡ ਬਣ ਜਾਂਦਾ ਹੈ ਜ਼ਿੰਕ ਡਸਟ ਦੀ ਮਦਦ ਦੇ ਨਾਲ ਇਹਦੀ ਕਲੀਵੇਜ ਕਰਨੀ ਹੈ। ਕਲੀਵੇਜ ਇਸ ਤਰ੍ਹਾਂ ਹੋਏਗੀ, ਜੇ ਕਲੀਵੇਜ ਸਹੀ ਲਿਖਤੀ ਤੁਸੀਂ, ਇੱਥੋਂ ਦੀ ਇਹ ਚੀਜ਼ ਟੁੱਟ ਗਈ, ਇੱਥੋਂ ਟੁੱਟ ਗਿਆ, ਇੱਥੋਂ ਟੁੱਟ ਗਿਆ, ਤਾਂ ਆਪਣੇ ਕੋਲੇ ਪ੍ਰੋਡਕਟ ਕੀ ਬਣ ਜਾਏਗਾ? CH3 and this is what CH3CHO, this is एसिटल्डिहाइड। और दूसरे पासे भी CH3CHO यही बनया है। नेक्स्ट मैथड है जिन्हों असी फोर्थ मैथड कहते हैं एल्डिहाइड बनाने दे लई फ्रॉम जेम डाइहैलाइड। जेम डाइहैलाइड का मतलब हुंदा है कि जदों अपने कोले कार्बन दे इक्को कार्बन दे उत्ते 2 हैलोजन हो, उन्होंने असी कहते हैं जेम डाइहैलाइड। ठीक, सो जे इस कार्बन का तुसी इस स्ट्रक्चर का नाम सोच सकते हो की होएगा? वेरी गुड, दिस इज 1,1-dichloroethane। This is one position of ethane and this is second position of ethane. So one position ते 2 क्लोरो ग्रुप लगे हैं, जेम डाइहैलाइड बन गया। हुण जेकर आपां बेटे इनदा एक्वस KOH दे नाल ट्रीटमेंट करते हैं ਤਾਂ ਕੀ ਹੋਏਗਾ ਕਿ ਇਹਨਾਂ ਦੋਨੋਂ क्लोरीन्स ਦੀ ਜਗ੍ਹਾ ਤੇ OH ग्रुप आ जाएंगे। सो इन्हां दोनों क्लोरो ग्रुप्स की जगह ते OH ग्रुप आ जाएंगे तो अपने को आ स्ट्रक्चर बन जाएगा। और किसी एक कार्बन ते दोनों OH ग्रुप जे लग गए तो दिस थिंग बिकम्स वेरी वेरी अनस्टेबल। और अनस्टेबिलिटी किवें रिमूव की जाती है? जे इत्थों दी वाटर जिहड़ा है वो बाहर कट दिता जाए तो अपने को की प्रोडक्ट बन जाएगा? CH3CH double bond O, this is aldehyde। So can you write now the product of this gem dihalide? पहला मैंने इनका नाम टाइप करके दोस्तों लाइव चैट च इनका नाम टाइप करो फटाफट। yes, what it will be? It will be 2,2-dichloro-propane। हुण की होना है कि इन्हां दोनों क्लोरीन्स की जगह ते केड़ा ग्रुप लग जाना है? यस, इट विल बी OH ग्रुप्स। जदों OH ग्रुप्स दे विचों वाटर रिमूव हो जाना है तो अपने कोले प्रोडक्ट की आ जाना है? ट्राई टू राइट CH3CCH3 एंड इनका नाम की है? दिस इज प्रोपेनोन। लेट्स रिवाइज। आपां एल्डिहाइड ते कीटोन ਉਹ ਆਪਾਂ ਕਿਹੜੇ ਰਿਐਕਟੈਂਟਸ ਤੋਂ ਬਣਾਏ हैं? पहला ਆਪਾਂ बनाया है फ्रॉम, सब तो पहले कित्थे तो बनाया सी ਆਪਾਂ? एल्कोहल्स तो। ठीक, दूसरा मैथड ਆਪਾਂ की किया सी? फ्रॉम कार्बोक्सिलिक एसिड्स। ठीक, तीसरा मैथड ਆਪਾਂ की किया सी? यस, फ्रॉम हाइड्रोकार्बन्स।
ਐਲਕਾਈਨਸ ਔਰ ਐਲਕੀਨਸ ਇਹਨਾਂ ਤੋਂ ਕੀਤੇ ਸੀ। then ਚੌਥਾ ਮੈਥਡ from ਡਾਈਹੈਲਾਈਡਸ। ਕਿਸ ਤਰ੍ਹਾਂ ਦਾ ਡਾਈਹੈਲਾਈਡ? ਜੈਮ ਡਾਈਹੈਲਾਈਡ। ਸੋ ਇਸ ਰਿਵੀਜ਼ਨ ਦੇ ਵਿੱਚ ਇੱਕ ਵਾਰੀ ਚੈਟ ਦੇ ਵਿੱਚ ਬੇਟਾ ਮੈਨੂੰ ਦੱਸੋ ਕਿ ਐਲਕੋਹਲ ਤੋਂ ਦੋ ਮੈਥਡ ਕਿਹੜੇ ਸੀ? ਇੱਕ ਤਾਂ ਆਕਸੀਡੇਸ਼ਨ ਸੀ ਤੇ ਦੂਸਰਾ ਡੀਹਾਈਡਰੋਜੀਨੇਸ਼ਨ ਸੀ। ਡੀਹਾਈਡਰੋਜੀਨੇਸ਼ਨ ਦੇ ਵਿੱਚ ਆਪਾਂ ਟਰਸ਼ਰੀ ਐਲਕੋਹਲ ਤੋਂ ਐਲਡੀਹਾਈਡ ਨਹੀਂ ਬਣਾ ਸਕੇ ਸੀ। ਕਾਰਬੋਕਸਿਲਿਕ ਐਸਿਡ ਚ ਦੋ ਮੈਥਡ ਸੀ, ਇੱਕ ਤਾਂ ਸੀਗਾ ਕਿ ਕੈਲਸ਼ੀਅਮ ਸਾਲਟ ਲੈ ਲਓ ਤੇ ਉਹਨੂੰ ਡਿਸਟਿਲ ਕਰ ਦਿਓ, ਦੂਸਰਾ ਸੀਗਾ ਕਿ ਸਾਲਟ ਤੇ ਕਾਰਬੋਕਸਿਲਿਕ ਐਸਿਡ ਦੀ ਡੀਕੰਪੋਜੀਸ਼ਨ ਕੀਤੀ ਸੀ ਆਪਾਂ ਕੈਟਾਲਿਸਟ ਦੀ ਹੈਲਪ ਦੇ ਨਾਲ। ਦੈਨ ਹਾਈਡਰੋਕਾਰਬਨਸ ਐਲਕੀਨਸ ਦੇ ਵਿੱਚ ਆਪਾਂ ਓਜ਼ੋਨ ਪਾਈ ਸੀ ਤੇ ਐਲਕਾਈਨਸ ਦੇ ਵਿੱਚ ਆਪਾਂ ਕੀ ਕੀਤਾ ਸੀ ਤੇ ਡਬਲ ਬੌਂਡ ਦੇ ਅਕ੍ਰੋਸ ਟੌਟੋਮਰਾਈਜੇਸ਼ਨ ਕੀਤੀ ਸੀ। ਜੈਮ ਡਾਈਹੈਲਾਈਡਸ ਦੇ ਵਿੱਚ ਮਤਲਬ ਕਿ ਇੱਕੋ ਕਾਰਬਨ ਦੇ ਉੱਤੇ ਦੋ ਹੈਲੋਜਨ ਲੱਗੇ ਹੋਏ ਆ, ਉਹਨਾਂ ਹੈਲੋਜਨਸ ਦੀ ਜਗ੍ਹਾ ਤੇ OH ਗਰੁੱਪ ਲਗਾ ਦਿੱਤਾ ਸੀ, ਦੈਨ ਵਾਟਰ ਰਿਮੂਵ ਕਰਤਾ ਤੇ ਐਲਡੀਹਾਈਡ ਗਰੁੱਪ ਆਪਣੇ ਕੋਲੇ ਆ ਗਿਆ ਸੀ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਉਹ ਸਾਰੇ ਮੈਥਡਸ ਕੀਤੇ ਆ ਜਿਨ੍ਹਾਂ ਦੇ ਵਿੱਚ ਐਲਡੀਹਾਈਡ ਤੇ ਕੀਟੋਨ ਆਪਾਂ ਕਾਮਨਲੀ ਪ੍ਰਿਪੇਅਰ ਕਰ ਸਕਦੇ ਹਾਂ। ਸੋ ਨੈਕਸਟ ਲੈਕਚਰ ਦੇ ਵਿੱਚ ਬੇਟੇ ਆਪਾਂ ਐਲਡੀਹਾਈਡਸ ਨੂੰ ਤੇ ਕੀਟੋਨਸ ਨੂੰ ਸੈਪਰੇਟਲੀ ਕਿਵੇਂ ਪ੍ਰਿਪੇਅਰ ਕਰਦੇ ਆ ਨਾ ਉਹ ਵਾਲੇ ਮੈਥਡਸ ਦੇਖਾਂਗੇ। ਸੋ ਇਹਨਾਂ ਦੇ ਨੋਟਸ ਬੇਟਾ ਨਾਲ ਦੀ ਨਾਲ ਤੁਸੀਂ ਪੂਰੇ ਕਰੋ। ਟੈਲੀਗ੍ਰਾਮ ਚੈਨਲ ਚੋਂ ਤੁਸੀਂ ਇਹਦੇ ਹੈਂਡ ਰਿਟਨ ਨੋਟਸ ਲੈ ਸਕਦੇ ਹੋ। ਥੈਂਕਸ ਫॉर ਵਾਚਿੰਗ।